हाँ जी, तो ਨੈਕਸਟ ਪ੍ਰੋਟੋਕੋਲਸ ਕਵਰ ਕਰ ਰਹੇ ਹਾਂ ਅਸੀਂ ਟੌਪਿਕ। ਤਾਂ ਪ੍ਰੋਟੋਕੋਲ ਦੀ ਇੱਕ ਬੇਸਿਕ ਡੈਫੀਨੇਸ਼ਨ ਆਪਾਂ ਦੇਖ ਲਈ ਕਿ ਪ੍ਰੋਟੋਕੋਲਸ ਹੋਰ ਕੁਛ ਨਹੀਂ ਹੁੰਦੇ, ਸੈੱਟ ਆਫ ਰੂਲਸ ਹੁੰਦੇ ਆ, ਕੁਛ ਰੂਲਸ ਦਾ ਸੈੱਟ ਕਿ ਇਹ ਪਰਟੀਕੂਲਰ ਜੋ ਰੂਲਸ ਨੇ ਇਹਨਾਂ ਪੀਸੀਜ਼ ਨੇ ਜੇ ਆਪਸ ਦੇ ਵਿੱਚ ਕਮਿਊਨੀਕੇਟ ਕਰਨਾ ਤਾਂ ਇਹਨਾਂ ਨੂੰ ਫੋਲੋ ਕਰਨੇ ਹੀ ਪੈਣਗੇ। ਉਹ ਸੀ ਸਾਡੀ ਪ੍ਰੋਟੋਕੋਲ। ਤਾਂ ਹੁਣ ਅਸੀਂ ਕਾਫੀ ਸਾਰੇ ਪ੍ਰੋਟੋਕੋਲਸ ਬਾਰੇ ਡਿਸਕਸ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ TCP IP। TCP ਮਤਲਬ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਅਤੇ IP ਇੰਟਰਨੈਟ ਪ੍ਰੋਟੋਕੋਲ। ਤਾਂ ਇਹ ਜਿਹੜੀ ਪ੍ਰੋਟੋਕੋਲ ਹੈ ਦੋ ਪ੍ਰੋਟੋਕੋਲਸ ਦੇ ਕੰਬੀਨੇਸ਼ਨ ਤੋਂ ਬਣੀ ਹੋਈ ਹੈ TCP ਅਤੇ IP, ਜਿਹੜੇ ਕਿ ਦੋਨਾਂ ਨੂੰ ਅਸੀਂ ਕਮਿਊਨੀਕੇਸ਼ਨ ਕਰਨ ਦੇ ਲਈ ਯੂਜ਼ ਕਰਦੇ ਹਾਂ। ਅਤੇ ਇਹਦੇ ਵਿੱਚ ਜਿਹੜਾ ਮੇਨ ਬੇਸਿਕ ਫੰਕਸ਼ਨ ਹੈ TCP ਪ੍ਰੋਟੋਕੋਲ ਦਾ ਉਹ ਕੀ ਹੈ ਕਿ ਜਿਹੜਾ ਮੈਸੇਜ ਤੁਸੀਂ ਸੈਂਡ ਕਰਨਾ ਇੰਟਰਨੈਟ 'ਤੇ ਉਸ ਨੂੰ ਤੁਸੀਂ ਡਿਵਾਈਡ ਕਰ ਲੈਂਦੇ ਹੋ ਸਮੋਲਰ ਪਾਰਟਸ ਦੇ ਵਿੱਚ। ਉਹ ਸਮੋਲਰ ਪਾਰਟਸ ਨੂੰ ਅਸੀਂ ਡਾਟਾ ਫਰੇਮ ਜਾਂ ਪੈਕਟਸ ਬੋਲਦੇ ਹਾਂ, ਜਿਨ੍ਹਾਂ ਨੂੰ ਸੋਰਸ ਤੋਂ ਜਿਹੜਾ ਤੁਹਾਡਾ ਡੈਸਟੀਨੇਸ਼ਨ ਆ ਉੱਥੋਂ ਤੱਕ ਬਾਅਦ ਦੇ ਵਿੱਚ ਸੈਂਡ ਕੀਤਾ ਜਾਂਦਾ। ਉਸ ਲਈ ਅਲੱਗ-ਅਲੱਗ ਰੂਟਸ ਨੂੰ ਫੋਲੋ ਕੀਤਾ ਜਾਊਗਾ, ਅਲੱਗ-ਅਲੱਗ ਪਾਸ ਨੂੰ, ਕਿਉਂਕਿ ਹੋ ਸਕਦਾ ਦੇਖੋ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਦੇ ਅਸੀਂ ਇੰਟਰਮੀਡੀਏਟ ਦੇ ਥਰੂ ਹੀ ਹੋ ਕੇ ਜਾਵਾਂਗੇ। ਡਾਇਰੈਕਟ ਕਨੈਕਸ਼ਨ ਤਾਂ ਹੋਊਗਾ ਨਹੀਂ ਦੋਨਾਂ ਦੇ ਵਿੱਚ, ਕਿਉਂਕਿ ਇਹ ਤਾਂ ਪੋਸੀਬਲ ਨਹੀਂ ਕਿ ਹਰ PC ਦਾ ਜਾਂ ਹਰ ਉਹ ਡਿਵਾਈਸ ਜੋ ਇੰਟਰਨੈਟ ਦਾ ਆਪਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ 'ਚ ਡਾਇਰੈਕਟ ਕਨੈਕਸ਼ਨ ਹੋਵੇ। ਉਹ ਕਿਸੇ ਨਾ ਕਿਸੇ ਇੰਟਰਮੀਡੀਏਟਰ ਜਿਹੜੇ ਹੈਗੇ ਨੇ ਉਹਨਾਂ ਦੇ ਥਰੂ ਹੋ ਕੇ ਹੀ ਜਾਊਗਾ। ਤਾਂ ਇਹ ਡਿਸਾਈਡ ਕਰਨਾ ਕਿ ਕਿੰਨਾ ਦੇ ਥਰੂ ਹੋ ਕੇ ਜਾਊਗਾ ਉਸ ਨੂੰ ਹੀ ਅਸੀਂ ਬੋਲਦੇ ਹੈਗੇ ਰਾਊਟਿੰਗ। ਨਾਲ ਨਾਲ ਇਸ ਦੇ ਵਿੱਚ ਕੰਮ ਆਉਂਦਾ ਰੀਅਸੈਂਬਲ ਕਰਨਾ। ਰੀਅਸੈਂਬਲ ਮਤਲਬ ਕਿ ਦੇਖੋ ਹੁਣ ਅਸੀਂ ਪਹਿਲਾਂ ਹੀ ਕੀਤਾ ਕਿ ਇੱਕ ਪੂਰੇ ਡਾਟਾ ਨੂੰ ਅਸੀਂ ਪਾਰਟਸ ਦੇ ਵਿੱਚ ਡਿਵਾਈਡ ਕਰ ਦੇਣਾ, ਤਾਂ ਉਹਨਾਂ ਸਮੋਲਰ ਪਾਰਟਸ ਨੂੰ ਅਸੀਂ ਡਾਟਾ ਫਰੇਮ ਬੋਲਦੇ ਹਾਂ। ਅਤੇ ਉਹ ਡਾਟਾ ਫਰੇਮ ਬਾਅਦ 'ਚ ਅਲੱਗ-ਅਲੱਗ, ਕੋਈ ਜ਼ਰੂਰੀ ਨਹੀਂ ਕਿ ਇੱਕ ਹੀ ਪਾਥ ਤੋਂ ਸੈਂਡ ਹੋਣਗੇ, ਅਲੱਗ-ਅਲੱਗ ਰੂਟਸ ਤੋਂ ਸੈਂਡ ਹੋ ਜਾਂਦੇ ਆ। ਡੈਸਟੀਨੇਸ਼ਨ ਕੋਲ ਵੀ ਹੁਣ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਕਿ ਜਿਹੜੇ ਉਹ ਜਿੰਨੇ ਵੀ ਸਾਡੇ ਫਰੇਮਸ ਨੇ ਉਹ ਸੀਕੁਐਂਸ ਦੇ ਵਿੱਚ ਹੀ ਪਹੁੰਚੇ ਹੋਣਗੇ। ਤਾਂ ਉਹਨਾਂ ਨੂੰ ਵਾਪਸ ਤੋਂ ਰੀਅਸੈਂਬਲ ਕਰਨਾ, ਠੀਕ ਹੈ, ਵਾਪਸ ਉਹ ਸੀਕੁਐਂਸ ਦੇ ਵਿੱਚ ਲਗਾਉਣਾ, ਇਹ ਸਾਰੇ ਕੰਮ ਵੀ ਤੁਹਾਡੇ TCP IP ਪ੍ਰੋਟੋਕੋਲਸ ਹੀ ਸੰਭਾਲਦੀਆਂ ਨੇ, ਤਾਂ ਕਿ ਜਿਹੜਾ ਡੈਸਟੀਨੇਸ਼ਨ ਹੈ ਉਹ ਵਾਪਸ ਤੋਂ ਓਰੀਜਨਲ ਮੈਸੇਜ ਹੀ ਜਿਹੜਾ ਆਪਣਾ ਉਹ ਰਿਕਵਰ ਕਰ ਸਕੇ। ਤਾਂ IP ਦੀ ਜੇਕਰ ਅਸੀਂ ਗੱਲ ਕਰੀਏ ਤਾਂ IP ਜਿਹੜੀ ਮੇਨ ਤੁਹਾਡਾ ਐਡਰੈਸ ਪਾਰਟ ਨੂੰ ਫੋਲੋ ਕਰਦੀ ਹੈ, ਐਡਰੈਸ ਪਾਰਟ ਦਾ ਕੰਮ ਸੰਭਾਲਦੀ ਹੈ ਤੁਹਾਡੀ IP ਪ੍ਰੋਟੋਕੋਲ। ਕਲੀਅਰ। ਅਸੀਂ ਇੱਕ ਸੋਰਸ ਤੋਂ ਡੈਸਟੀਨੇਸ਼ਨ ਕਹਿ ਤਾਂ ਦਿੱਤਾ ਕਿ ਇੱਥੋਂ ਇੱਥੋਂ ਤੱਕ ਜਾਊਗੀ, ਬਟ ਕਿਹੜੇ ਐਡਰੈਸ 'ਤੇ ਜਾਣਾ, ਉਸਦਾ ਐਡਰੈਸ ਕਿਹੜਾ, ਮਤਲਬ ਉਸਦਾ ਇੰਟਰਨੈਟ ਐਡਰੈਸ ਕਿਹੜਾ ਜਿਹਨੂੰ ਕਿ ਅਸੀਂ IP ਬੋਲਦੇ ਹਾਂ, ਉਹ ਐਡਰੈਸ ਨਾਲ ਅਟੈਚ ਕਰਨਾ, ਠੀਕ ਹੈ। ਇਹ ਸਭ ਕੁਛ ਕੰਮ ਕਰੂਗੀ ਤੁਹਾਡੀ IP। ਨੈਕਸਟ ਤੁਹਾਡਾ TCP IP ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਕਲਾਇੰਟ ਸਰਵਰ ਮਾਡਲ ਨੂੰ ਯੂਜ਼ ਕਰਦੀ ਹੈ। ਕਲਾਇੰਟ ਸਰਵਰ ਮਾਡਲ ਮਤਲਬ ਤੁਸੀਂ ਕਲਾਇੰਟ ਸਰਵਰ ਆਰਕੀਟੈਕਚਰ ਤੋਂ ਆਲਰੇਡੀ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਕਿ ਕਲਾਇੰਟ ਸਰਵਰ ਕੀ ਹੁੰਦਾ, ਕਿ ਕਲਾਇੰਟ ਹੈ, ਫਿਰ ਕਲਾਇੰਟ ਨੇ ਰਿਕੁਐਸਟ ਕੀਤੀ, ਸਰਵਰ ਜਿਸ ਨੇ ਰਿਕੁਐਸਟ ਫੁੱਲਫਿਲ ਕੀਤੀ ਤਾਂ ਉਸਨੂੰ ਅਸੀਂ ਕਲਾਇੰਟ ਸਰਵਰ ਬੋਲਦੇ ਹਾਂ। ਤਾਂ TCP IP ਵੀ ਤੁਹਾਡੀ ਐਸੇ ਹੀ ਮਾਡਲ ਦੇ ਉੱਪਰ ਬੇਸਡ ਹੈ, ਜਿਸ ਦੇ ਵਿੱਚ ਕਲਾਇੰਟ ਸਰਵਰ ਹੈ, ਰਿਕੁਐਸਟ, ਰਿਸਪੌਂਸ, ਇਹਨਾਂ 'ਤੇ ਅਸੀਂ ਕੰਮ ਕਰਦੇ ਹਾਂ ਕਿ ਕਲਾਇੰਟ ਰਿਕੁਐਸਟ ਕਰੂਗਾ ਅਤੇ ਸਰਵਰ ਉਸਨੂੰ ਰਿਸਪੌਂਸ ਦਊਗਾ। TCP ਪ੍ਰੋਟੋਕੋਲਸ ਨੂੰ ਫਰਦਰ ਅੱਗੇ ਮੇਨ 4 ਲੇਅਰਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਜਿਵੇਂ OSI ਮਾਡਲ ਦੇ ਵਿੱਚ ਅਸੀਂ ਗੱਲ ਕਰਦੇ ਸੀਗੇ ਤੁਹਾਡੀ 7 ਲੇਅਰਸ ਹੁੰਦੀਆਂ ਸੀ, ਤਾਂ TCP ਦੇ ਵਿੱਚ ਤੁਹਾਡੀਆਂ 4 ਲੇਅਰਸ ਹੋਣਗੀਆਂ। ਕੰਮ ਸੇਮ ਹੈ, ਜਿਵੇਂ ਐਪਲੀਕੇਸ਼ਨ ਲੇਅਰ ਦਾ ਜੋ ਕੰਮ ਤੁਹਾਡੇ OSI ਮਾਡਲ ਦੇ ਵਿੱਚ ਸੀ, ਸੇਮ ਇੱਥੇ ਹੈ। ਤਾਂ TCP IP ਬਾਰੇ ਬੋਲਣ ਤੋਂ ਪਹਿਲਾਂ ਇੱਕ ਚੀਜ਼ ਬਹੁਤ ਇੰਪੋਰਟੈਂਟ ਜਿਹੜੀ ਮੈਂ ਗੱਲ ਕਹਿ ਰਹੀ ਹਾਂ, OSI ਮਾਡਲ ਸਿਰਫ ਇੱਕ ਥਿਓਰੈਟੀਕਲ ਕਨਸੈਪਟ ਹੈ। ਥਿਓਰੈਟੀਕਲ ਮਤਲਬ ਜੇ ਤੁਸੀਂ ਇੰਟਰਨੈਟ ਵਰਕਿੰਗ ਬਾਰੇ ਪੜ੍ਹਨਾ, ਜਾਂ ਕੰਪਿਊਟਰ ਨੈਟਵਰਕਸ ਬਾਰੇ ਪੜ੍ਹਨਾ, ਇਹਨੂੰ ਸਮਝਣਾ, ਤਾਂ ਇੱਕ ਥਿਓਰੈਟੀਕਲ ਪੁਆਇੰਟ ਆਫ ਵਿਊ ਤੋਂ ਜੇ ਸਾਨੂੰ OSI ਮਾਡਲ ਨੂੰ ਅਸੀਂ ਪੜ੍ਹਦੇ ਹਾਂ, ਇੰਪਲੀਮੈਂਟ ਅਸਲ ਦੇ ਵਿੱਚ OSI ਨਹੀਂ ਹੁੰਦਾ। ਐਕਚੁਅਲ ਦੇ ਵਿੱਚ ਇੰਪਲੀਮੈਂਟੇਸ਼ਨ TCP IP ਦੀ ਹੀ ਹੈਗੀ ਹੈ। ਪ੍ਰੈਕਟੀਕਲੀ TCP IP ਹੀ ਇੰਪਲੀਮੈਂਟ ਕੀਤਾ ਜਾਂਦਾ, ਜਿਸ ਨੂੰ ਕਿ ARPANET ਦੁਆਰਾ ਇਹ ਜਿਹੜੀ ਟਰਮ ਹੈ ਡਿਵੈਲਪ ਕੀਤੀ ਗਈ। ਅਤੇ OSI ਮਾਡਲ ਤੁਹਾਡਾ ਟੋਟਲੀ ਥਿਓਰੈਟੀਕਲ ਕਨਸੈਪਟ ਆ। ਤਾਂ ਇਸ ਦੇ ਵਿੱਚ ਜਿਹੜੇ 4 ਲੇਅਰ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਸਭ ਤੋਂ ਪਹਿਲੀ ਐਪਲੀਕੇਸ਼ਨ ਲੇਅਰ। ਐਪਲੀਕੇਸ਼ਨ ਲੇਅਰ ਮਤਲਬ ਹੁਣ ਦੇਖੋ ਇੱਕ ਤਾਂ ਇਹ ਹੈ ਕਿ ਇੱਕ PC ਹੈ, ਚਲੋ ਇਹ ਸੋਰਸ ਹੈ, ਇਹ ਡੈਸਟੀਨੇਸ਼ਨ ਹੈ, ਇਹਨਾਂ ਦੇ ਵਿੱਚ ਕਮਿਊਨੀਕੇਸ਼ਨ ਹੈ, ਇਹ ਚੀਜ਼ ਹੋ ਗਈ, ਠੀਕ ਹੈ। ਅਸੀਂ ਇੰਟਰਨੈਟ ਦੇ ਥਰੂ ਜਾਂ ਨੈਟਵਰਕਿੰਗ ਦੇ ਥਰੂ ਇਸ PC ਨੇ ਜੋ ਡਾਟਾ ਸੈਂਡ ਕਰਨਾ ਸੀ ਉਹ ਇੱਥੋਂ ਤੱਕ ਸੈਂਡ ਹੋ ਗਿਆ। ਹੋਣ ਤੋਂ ਬਾਅਦ ਵੀ ਜੇਕਰ ਹੁਣ ਅਸੀਂ ਇੱਕ ਚੀਜ਼ ਡਿਸਾਈਡ ਕਰੀਏ, ਕਿੱਥੋਂ ਪਤਾ ਲੱਗੂਗਾ ਕਿ ਹੁਣ ਇਸ PC 'ਤੇ ਵੀ ਤਾਂ ਇੱਕ ਤੋਂ ਵੱਧ ਐਪਲੀਕੇਸ਼ਨਸ ਰਨ ਹੋ ਰਹੀਆਂ ਹੋਣਗੀਆਂ। ਜਿੱਦਾਂ ਕਿ ਇੱਥੇ ਕਰੋਮ ਵੀ ਖੁੱਲ੍ਹਿਆ ਹੋਇਆ, ਇੱਥੇ ਓਪੇਰਾ ਦੇ ਵਿੱਚ ਵੀ ਕੁਛ ਚੱਲ ਰਿਹਾ, ਅਗਾਂਹ ਉਸ ਦੇ ਵਿੱਚ ਵੀ ਕਾਫੀ ਸਾਰੇ ਪੇਜਿਸ ਅਲੱਗ-ਅਲੱਗ ਤੁਸੀਂ ਲਿੰਕ ਖੋਲ੍ਹੇ ਹੋਏ ਨੇ। ਹੁਣ ਜੋ ਮੈਸੇਜ ਇੱਧਰੋਂ ਆਇਆ ਉਹ ਕਿਸ ਦੇ ਵਿੱਚ ਖੁੱਲੂਗਾ,
ਕਿ ਉਹ ਕ੍ਰੋਮ ਦੇ ਕਿਸੇ ਇੱਕ ਪੇਜ ਦੇ ਵਿੱਚ ਕਿ ਓਪੇਰਾ ਦੇ ਕਿਸੇ ਪੇਜ 'ਚ ਤੇ ਕਿਹੜੇ ਅੱਗੇ ਪੇਜ 'ਚ ਕਿਹੜੀ ਐਪਲੀਕੇਸ਼ਨ, ਜੇ ਅਸੀਂ ਗੱਲ ਕਰੀਏ ਨਾ ਕਿਹੜੀ ਪ੍ਰੋਸੈਸ ਦੇ ਵਿੱਚ ਐਗਜ਼ੈਕਟ ਖੁੱਲੂ। ਗੱਲ ਸਮਝ ਆਈ ਕਿ ਸਪੋਜ਼ ਕਰੋ ਆਪਾਂ ਕੀ ਕੀਤਾ, ਆਪਾਂ ਇੱਕ ਪਰਸਨ ਨੇ ਇੱਕ ਕਲੋਨੀ ਦੇ ਵਿੱਚ ਗਿਆ, ਸਿਰਫ ਕਲੋਨੀ ਦੇ ਗੇਟ ਤੱਕ ਪਹੁੰਚ ਜਾਣਾ ਤਾਂ ਉਹਦਾ ਕੰਮ ਨਹੀਂ ਨਾ ਹੈਗਾ, ਪਰਟੀਕੂਲਰ ਫਿਰ ਕਿਸ ਘਰੇ ਜਾਣਾ ਉਹਨੇ ਉਹ ਫਾਈਂਡ ਆਊਟ ਕਰਨਾ। ਸੇਮ ਚੀਜ਼ ਇਹ ਐਪਲੀਕੇਸ਼ਨ ਲੇਅਰ ਤੋਂ ਮੇਰਾ ਕਹਿਣ ਦਾ ਮਤਲਬ ਹੈ ਇੱਥੇ ਅਸੀਂ ਐਪਲੀਕੇਸ਼ਨ, ਹੁਣ ਯੂਜ਼ਰ ਤਾਂ ਐਪਲੀਕੇਸ਼ਨ ਦੇ ਥਰੂ ਹੀ ਮਤਲਬ ਕਿਸੇ ਸੋਫਟਵੇਅਰ ਦੇ ਥਰੂ ਹੀ ਇੰਟਰਨੈਟ ਨਾਲ ਜੁੜਿਆ ਹੋਇਆ ਨਾ, ਤਾਂ ਕਿਹੜੀ ਐਪਲੀਕੇਸ਼ਨ ਕੋਲੇ ਡਾਟਾ ਆਇਆ, ਦੋ ਤਿੰਨ ਐਪਲੀਕੇਸ਼ਨ ਖੁੱਲ੍ਹੀਆਂ ਸਾਡੇ ਪੀਸੀ ਤੇ ਕਿਵੇਂ ਪਤਾ ਲੱਗੂ ਨੂੰ। ਠੀਕ ਹੈ, ਮੰਨ ਲਓ ਮੈਂ ਕ੍ਰੋਮ ਦੇ ਵਿੱਚ ਮੇਰੀ ਮੇਲ ਆਈਡੀ ਵੀ ਖੋਲ੍ਹੀ ਹੋਈ ਹੈ, ਕਲੀਅਰ ਹੈ, ਮੈਂ ਕੁਛ ਸਰਚ ਵੀ ਕਰ ਰਹੀ ਹਾਂ, ਸਾਈਡ ਬਾਈ ਸਾਈਡ ਯੂਟਿਊਬ ਵੀ ਖੁੱਲ੍ਹਿਆ ਹੋਇਆ, ਮੈਂ ਕੁਛ ਇੱਧਰੋਂ ਜਿਹੜੀ ਇਨਫੋਰਮੇਸ਼ਨ ਆਈ ਮੇਰੀ ਰਿਕੁਐਸਟ ਰਿਗਾਰਡਿੰਗ ਆਈ ਉਹ ਕਿਸ ਦੇ ਵਿੱਚ ਓਪਨ ਹੋਊਗੀ, ਕੀ ਉਹ ਯੂਟਿਊਬ ਦੇ ਵਿੱਚ ਓਪਨ ਹੋਊਗੀ, ਉਹਦੀ ਰਿਕੁਐਸਟ ਸੀਗੀ, ਜਾਂ ਫਿਰ ਜਿਹੜਾ ਮੈਂ ਕੋਈ ਸਪੋਜ਼ ਕਰੋ ਯੂਨੀਵਰਸਿਟੀ ਸਾਈਟ ਸਰਚ ਕਰ ਰਹੀ ਸੀ ਕਿ ਉਸ ਪੇਜ ਦੇ ਵਿੱਚ ਓਪਨ ਹੋਊਗੀ, ਤਾਂ ਉਹ ਪਰਟੀਕੂਲਰ ਐਪਲੀਕੇਸ਼ਨ ਦੇ ਵਿੱਚ ਓਪਨ ਕਰਨਾ ਐਪਲੀਕੇਸ਼ਨ ਲੇਅਰ ਦਾ ਕੰਮ ਹੈਗਾ। ਕਲੀਅਰ। ਅਤੇ ਇੱਥੇ ਅਸੀਂ ਪ੍ਰੋਸੈਸ ਟੂ ਪ੍ਰੋਸੈਸ ਡਿਲੀਵਰੀ ਵੀ ਕਹਿ ਸਕਦੇ ਹਾਂ, ਐਗਜ਼ੈਕਟ ਉਸੇ ਪ੍ਰੋਸੈਸ ਦੇ ਵਿੱਚ ਮੈਸੇਜ ਨੂੰ ਡਿਲੀਵਰ ਕਰਨਾ। ਇਸ ਤੋਂ ਬਿਨਾਂ ਸਿੰਕਰੋਨਾਈਜੇਸ਼ਨ ਕਰਵਾਉਣੀ, ਸਿੰਕਰੋਨਾਈਜੇਸ਼ਨ, ਠੀਕ ਹੈ, ਇਨਕ੍ਰਿਪਸ਼ਨ ਡੀਕ੍ਰਿਪਸ਼ਨ ਕਰਵਾਉਣੀ, ਪਤਾ ਨਾ ਆਪਾਂ ਨੂੰ ਕਿਸੇ ਚੀਜ਼ ਨੂੰ ਸੈਂਡ ਕਰਨ ਤੋਂ ਪਹਿਲਾਂ ਇਨਕ੍ਰਿਪਟ ਕਰਦੇ ਹਾਂ, ਵਾਪਸ ਪਹੁੰਚਣ ਤੋਂ ਬਾਅਦ ਡਿਕ੍ਰਿਪਟ ਕਰਦੇ ਹਾਂ, ਤਾਂ ਇਹ ਸਾਰੇ ਜਿਹੜੇ ਕੰਮ ਨੇ ਉਹ ਐਪਲੀਕੇਸ਼ਨ ਲੇਅਰ ਦੇ ਅੰਡਰ ਆਉਂਦੇ ਨੇ। ਅਤੇ ਐਪਲੀਕੇਸ਼ਨ ਲੇਅਰ ਦੇ ਅੰਡਰ ਕਾਫੀ ਸਾਰੀਆਂ ਪ੍ਰੋਟੋਕੋਲਸ ਨੇ ਤੁਹਾਡੀਆਂ, ਜਿਵੇਂ FTP, ਟੈਲਨੈਟ, SMTP, HTTP, ਇਹ ਸਾਰੀਆਂ ਪ੍ਰੋਟੋਕੋਲ ਤੁਹਾਡੀਆਂ ਐਪਲੀਕੇਸ਼ਨ ਲੇਅਰ ਦੇ ਨਾਲ ਹੀ ਕੰਮ ਕਰਦੇ ਆ। ਨੈਕਸਟ ਟਰਾਂਸਪੋਰਟ ਲੇਅਰ। ਟਰਾਂਸਪੋਰਟ ਲੇਅਰ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਐਂਡ ਟੂ ਐਂਡ ਕਮਿਊਨੀਕੇਸ਼ਨ ਕਰ ਲਓ ਜਾਂ ਹੋਸਟ ਟੂ ਹੋਸਟ ਕਨੈਕਸ਼ਨ ਪ੍ਰੋਵਾਈਡ ਕਰਵਾਉਂਦੀ ਹੈ। ਇਸ ਦੇ ਵਿੱਚ ਵੀ ਦੋ ਫਰਦਰ ਪ੍ਰੋਟੋਕੋਲਸ ਹੁੰਦੀਆਂ, TCP ਅਤੇ UDP, ਬਟ ਅਸੀਂ ਉਹਨਾਂ ਵਿੱਚ ਬਹੁਤਾ ਹੀ ਗੱਲ ਨਾ ਕਰਕੇ ਅਸੀਂ ਕਹਾਂਗੇ ਐਂਡ ਟੂ ਐਂਡ ਕਮਿਊਨੀਕੇਸ਼ਨ ਕਰਨ ਦੇ ਲਈ ਅਸੀਂ ਟਰਾਂਸਪੋਰਟ ਲੇਅਰ ਨੂੰ ਯੂਜ਼ ਕਰਦੇ ਹਾਂ। ਇੰਟਰਨੈਟ ਲੇਅਰ ਜਿਸਦਾ ਮੇਨ ਕੰਮ ਐਡਰੈਸਿੰਗ ਕਰਵਾਉਣਾ ਹੈਗਾ, ਕਿ ਤੁਹਾਨੂੰ IP ਐਡਰੈਸ ਪ੍ਰੋਵਾਈਡ ਕਰਨਾ, ਉਸ ਅਕੋਰਡਿੰਗ ਰਾਊਟਿੰਗ ਕਰਨੀ, ਕਿ ਕਿਸੇ ਰੂਟ 'ਤੇ ਡਾਟਾ ਨੂੰ ਜਾਣਾ ਚਾਹੀਦਾ ਹੈਗਾ, ਐਰਰ ਚੈਕਿੰਗ ਕਰਨੀ, ਇਹ ਸਾਰੇ ਕੰਮ ਇੰਟਰਨੈਟ ਲੇਅਰ ਜਿਹੜੀ ਹੈ ਤੁਹਾਡੀ ਉਹ ਪ੍ਰੋਵਾਈਡ ਕਰੂਗੀ। ਨੈਕਸਟ ਨੈਟਵਰਕ ਇੰਟਰਫੇਸ ਲੇਅਰ ਜਿਹੜੀ ਤੁਹਾਡੀ ਹੈਗੀ ਇਹਦਾ ਜਿਵੇਂ OSI ਮਾਡਲ ਦੇ ਵਿੱਚ ਡਾਟਾ ਲਿੰਕ ਲੇਅਰ ਦਾ ਕੰਮ ਸੀ ਨਾ, ਠੀਕ ਹੈ, ਕਿ ਕਨੈਕਸ਼ਨ ਜਿਹੜਾ ਪ੍ਰੋਵਾਈਡ ਕਰਨਾ, ਉਹੀ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਨੈਟਵਰਕ ਹੈ, ਠੀਕ ਹੈ, ਜਿਸ 'ਤੇ ਕਮਿਊਨੀਕੇਸ਼ਨ ਹੋ ਰਹੀ ਹੈ, ਕਿ ਈਥਰਨੈਟ ਮੈਜੋਰਟੀ ਦੇ ਵਿੱਚ ਆਪਾਂ ਈਥਰਨੈਟ ਯੂਜ਼ ਕਰਦੇ ਹਾਂਗੇ, ਕਿ ਉਹ ਹੈ, ਠੀਕ ਹੈ, ਇਹ ਸਾਰਾ ਕਹਿ ਲਓ ਕਿ ਡਾਟਾ ਲਿੰਕ ਲੇਅਰ ਵਾਲੇ ਜਿਹੜੇ ਕੰਮ ਨੇ ਉਹ ਨੈਟਵਰਕ ਇੰਟਰਫੇਸ ਲੇਅਰ ਹੀ ਤੁਹਾਡੀ ਸੰਭਾਲੂਗੀ। ਅਤੇ TCP ਦੇ ਕੁਝ ਫੀਚਰਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਕ ਕਾਮਨ ਇੰਟਰਨੈਟ ਵਰਕਿੰਗ ਦੀ ਪ੍ਰੋਟੋਕੋਲ ਇਹ, ਜਿਹੜੀ ਕਿ ਸਾਰੇ ਆਲਮੋਸਟ ਆਲ ਆਪਰੇਟਿੰਗ ਸਿਸਟਮ ਨੂੰ ਹੀ ਇਹ ਸਪੋਰਟ ਕਰ ਰਹੀ ਹੈ, ਸਭ ਦੇ ਮਤਲਬ ਕਿ TCP IP ਯੂਨਿਕਸ ਦੇ ਵਿੱਚ ਉੱਪਰ ਵੀ ਰਨ ਹੋ ਜਾਂਦੀ ਹੈ ਤੁਹਾਡੀ, ਠੀਕ ਹੈ, ਵਿੰਡੋਜ਼ ਨਾਲ ਕੰਮ ਵੀ ਕਰ ਰਹੀ ਹੈ। ਇਹ ਸਮੋਲ ਅਤੇ ਲਾਰਜ ਨੈਟਵਰਕ ਸਭ ਦੇ ਲਈ ਸਫੀਸ਼ੀਐਂਟ ਹੈ। ਤੁਹਾਡੇ ਨੈਟਵਰਕ ਟ੍ਰੈਫਿਕ ਨੂੰ ਇਹ ਆਪਟੀਮਾਈਜ਼ ਕਰਦੀ ਹੈ, ਤੁਹਾਡੇ ਟ੍ਰੈਫਿਕ ਨੂੰ ਵੀ ਸੰਭਾਲੂਗੀ, ਰਿਲਾਈਬਿਲਿਟੀ ਤੁਹਾਨੂੰ ਪ੍ਰੋਵਾਈਡ ਕਰੂਗੀ। ਇਨ ਕੇਸ ਕੋਈ ਫਾਲਟ ਹੈ ਤਾਂ ਫਾਲਟ ਟੋਲਰੈਂਸ ਦਾ ਮਤਲਬ ਹੁੰਦਾ ਕਿ ਇਨ ਕੇਸ ਕੋਈ ਦਿੱਕਤ ਆ ਗਈ, ਇੱਕ ਜਗ੍ਹਾ ਆ ਗਈ, ਠੀਕ ਹੈ, ਉਹ ਜਗ੍ਹਾ ਸਪੋਜ਼ ਕਰੋ ਰੁਕ ਗਈ, ਤਾਂ ਉਹਦੀ ਜਗ੍ਹਾ ਨਾਲ ਦੀ ਨਾਲ ਕੋਈ ਹੋਰ ਸੰਭਾਲੇ, ਠੀਕ ਹੈ, ਤੁਹਾਡਾ ਫਾਲਟ ਆਉਣ 'ਤੇ ਵੀ ਤੁਹਾਡਾ ਕੰਮ ਚੱਲਦਾ ਰਹੇ, ਤਾਂ ਫਾਲਟ ਟੋਲਰੈਂਸ ਦਾ ਕੰਮ ਕਰਵਾਉਣਾ। ਜਿਹੜੇ ਵੈਬ ਬਰਾਊਜ਼ਰਸ ਨੇ ਸਰਵਰਸ ਦੇ ਨਾਲ ਕਨੈਕਟ ਹੋਣ ਲਈ ਉਹ ਵੀ TCP ਨੂੰ ਹੀ ਯੂਜ਼ ਕਰਦੇ ਨੇ। ਟਰਾਂਸਫਰ ਕਰਨ ਲਈ ਫਾਈਲਸ ਨੂੰ ਅਸੀਂ ਇੱਕ ਲੋਕੇਸ਼ਨ ਤੋਂ ਦੂਸਰੀ ਲੋਕੇਸ਼ਨ 'ਤੇ ਵੀ TCP ਨੂੰ ਹੀ ਯੂਜ਼ ਕਰਦੇ ਹਾਂ। TCP IP ਪ੍ਰੋਟੋਕੋਲ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਸਾਡੀ HTTP ਪ੍ਰੋਟੋਕੋਲ ਕਾਫੀ ਇੰਪੋਰਟੈਂਟ ਹੈ। WWW ਦੇ ਵਿੱਚ ਅਸੀਂ ਗੱਲ ਹੀ HTTP ਦੀ ਕਰਦੇ ਹਾਂ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ, ਜਿਸ ਦੇ ਵਿੱਚ ਕਿ ਪ੍ਰੋਪਰ ਤੁਹਾਡੇ ਸਾਰੇ ਰੂਲਸ ਹੋਣਗੇ ਕਿ ਕਿੱਦਾਂ ਜਿਹੜਾ ਮੈਸੇਜ ਉਹਨੂੰ ਫਾਰਮੈਟ ਕੀਤਾ ਜਾਊਗਾ, ਉਹਦੀ ਫਾਰਮੈਟਿੰਗ ਕਿੱਦਾਂ ਦੀ ਹੋਊ, ਉਹਨੂੰ ਟਰਾਂਸਮਿਟ ਕਿੱਦਾਂ ਕਰਨਾ ਸੀ, ਠੀਕ ਹੈ, ਤੁਹਾਡੀ ਜਿਹੜੀ ਰਿਕੁਐਸਟ ਹੈ, ਜਿਹੜਾ ਰਿਸਪੌਂਸ ਹੈ, ਉਹ ਕਿੱਦਾਂ ਜਾਊਗਾ, ਕਿਸ ਫਾਰਮੈਟਿੰਗ ਦੇ ਵਿੱਚ ਜਾਊਗਾ। ਕਲੀਅਰ। ਹੁਣ ਓਬੀਅਸ ਅਸੀਂ ਕੀਤਾ ਸੀ ਨਾ ਹਾਈਪਰ ਟੈਕਸਟ, ਜਿਸ ਦੇ ਵਿੱਚ ਉਹ ਟੈਕਸਟ ਜਿਹੜਾ ਇੱਕ ਲਿੰਕਿੰਗ ਪ੍ਰੋਵਾਈਡ ਕਰਦਾ ਵਿਦਿਨ ਦਾ ਸੇਮ ਪੇਜ ਔਰ ਵਿਦ ਦਾ ਅਦਰ ਡਾਕੂਮੈਂਟਸ, ਤਾਂ ਉਹ ਰਿਕੁਐਸਟ ਰਿਸਪੌਂਸ ਜਿਹੜੇ ਹੈਗੇ ਆ ਸਾਡੇ, ਉਹ ਸਾਰੇ ਸਾਡੇ HTTP ਪ੍ਰੋਟੋਕੋਲ ਹੀ ਸੰਭਾਲਦੀ ਹੈ। ਤਾਂ ਇਹ ਇੱਕ ਰਿਕੁਐਸਟ ਰਿਸਪੌਂਸ ਪ੍ਰੋਟੋਕੋਲ ਹੈ, ਇਹ ਵੀ ਕਲਾਇੰਟ ਸਰਵਰ ਕੰਪਿਊਟਿੰਗ ਮਾਡਲਸ ਦੇ ਅਕੋਰਡਿੰਗ ਹੀ ਕੰਮ ਕਰ ਰਹੀ ਹੈ। ਤਾਂ ਇਸ ਦੇ ਵਿੱਚ ਜੋ ਅਸੀਂ ਯੂਜ਼ ਕਰਦੇ ਹਾਂ ਤੁਹਾਡਾ ਵੈਬ ਬਰਾਊਜ਼ਰ, ਤੁਹਾਨੂੰ ਪਤਾ ਹੀ ਵੈਬ ਬਰਾਊਜ਼ਰ ਇੱਕ ਤਰ੍ਹਾਂ ਦਾ ਕਲਾਇੰਟ ਦਾ ਕੰਮ ਕਰ ਰਿਹਾ ਹੈਗਾ, ਯਾਨੀ ਕਿ ਕਲਾਇੰਟ ਮਤਲਬ ਉਹ ਜਿਹੜੀ ਵੀ ਐਪਲੀਕੇਸ਼ਨ ਤੁਹਾਡੇ PC 'ਤੇ ਚੱਲ ਰਹੀ ਹੈ, ਜਿਹੜੀ ਵੈਬ ਬਰਾਊਜ਼ਰ ਦੇ ਵਿੱਚ ਖੁੱਲੀ ਹੋਈ ਹੈ, ਠੀਕ ਹੈ, ਉੱਧਰੋਂ ਹੀ ਰਿਕੁਐਸਟ ਜਾਊਗੀ ਨਾ, ਤਾਂ ਫਿਰ ਅੱਗੋਂ ਸਰਵਰ ਆਨਸਰ ਦੇਊਗਾ, ਤਾਂ ਕਰਕੇ ਕਲਾਇੰਟ ਸਰਵਰ ਅਕੋਰਡਿੰਗ ਕੰਮ ਕਰਦੀ ਹੈ। ਅਤੇ ਇਹਦੇ ਵਿੱਚ ਸਾਡਾ ਅਸੀਂ ਕਿਸ ਨੂੰ ਚਲਾ ਰਹੇ ਹੁੰਦੇ ਹਾਂ, ਵੈਬ ਬਰਾਊਜ਼ਰ ਨੂੰ। ਕਲੀਅਰ। ਕਲਾਇੰਟ ਰਿਕੁਐਸਟ ਕਰੂਗਾ ਸਰਵਰ ਨੂੰ, ਸਰਵਰ ਅੱਗੋਂ ਉਹ ਰਿਸਪੌਂਸ ਦੇਊਗਾ, ਠੀਕ ਹੈ,
ਤਾਂ ਇਹ ਸਾਰੀ ਜਿਹੜੀ ਤੁਹਾਡੀ ਵਰਕਿੰਗ ਤੁਸੀਂ ਆਲਰੇਡੀ ਜਾਣਦੇ ਹੋ। ਦੈਨ ਨੈਕਸਟ ਓਕੇ, ਦੈਨ ਨੈਕਸਟ HTTP ਦੇ ਕੁਝ ਫੀਚਰਸ। HTTP ਕਨੈਕਸ਼ਨ ਲੈਸ ਹੈ। ਕਨੈਕਸ਼ਨ ਲੈਸ ਕਿਉਂ ਕਹਿੰਦੇ ਅਸੀਂ ਕਿ ਰਿਕੁਐਸਟ ਜਾਣ ਤੋਂ ਬਾਅਦ ਰਿਸਪੌਂਸ ਆਉਣ ਤੱਕ, ਠੀਕ ਹੈ, ਜਿਹੜਾ ਅਸੀਂ ਇਹ ਨਹੀਂ ਹੈ ਕਿ ਪੂਰੇ ਦੇ ਵਿੱਚ ਅਸੀਂ ਕਨੈਕਸ਼ਨ ਬਣਾਈ ਰੱਖਾਂਗੇ, ਕਨੈਕਸ਼ਨ ਬ੍ਰੇਕ ਨਹੀਂ ਹੋਊਗਾ, ਨਹੀਂ। HTTP ਦੇ ਵਿੱਚ ਕੀ ਹੁੰਦਾ ਗਾ, ਵੈਬ ਬਰਾਊਜ਼ਰ, ਕਿਉਂਕਿ ਓਬਵੀਅਸ ਜਿਹੜਾ ਯੂਜ਼ਰ ਉਹਦਾ ਵੈਬ ਬਰਾਊਜ਼ਰ ਚਲਾ ਰਿਹਾ ਨਾ, ਵੈਬ ਬਰਾਊਜ਼ਰ 'ਚੋਂ HTTP ਰਿਕੁਐਸਟ ਗਈ। ਜਦੋਂ ਹੀ ਅਸੀਂ ਕਿਸੇ ਚੀਜ਼ ਨੂੰ ਕੁਛ ਸਰਚ ਕੀਤਾ ਜਾਂ ਕਿਸੇ ਲਿੰਕ 'ਤੇ ਕਲਿੱਕ ਕੀਤਾ ਤਾਂ ਕੀ ਹੋਇਆ, ਸਾਡੀ ਇੱਕ HTTP ਰਿਕੁਐਸਟ ਜਨਰੇਟ ਹੋਈ। ਉਹ ਰਿਕੁਐਸਟ ਗਈ ਸਾਡੀ। ਰਿਕੁਐਸਟ ਜਾਣ ਤੋਂ ਬਾਅਦ ਕਲਾਇੰਟ ਵੱਲੋਂ ਜਿਹੜਾ ਕਨੈਕਸ਼ਨ ਉਹਨੂੰ ਡਿਸਕਨੈਕਟ ਕਰ ਦਿੱਤਾ ਜਾਂਦਾ। ਕਲੀਅਰ। ਫਿਰ ਜਿਹੜਾ ਸਰਵਰ ਹੈ, ਸਰਵਰ ਨੇ ਉਸ ਰਿਕੁਐਸਟ ਦਾ ਆਨਸਰ ਭੇਜਿਆ ਅਤੇ ਉਸਨੇ ਵੀ ਆਪਣਾ ਜਿਹੜਾ ਕਨੈਕਸ਼ਨ ਉਹ ਬ੍ਰੇਕ ਕਰਤਾ। ਮਤਲਬ ਕਿ ਇਸ ਦੇ ਵਿੱਚ ਜ਼ਰੂਰੀ ਨਹੀਂ ਕਿ ਤੁਹਾਡੇ, ਜ਼ਰੂਰੀ ਕਿ ਮਤਲਬ ਬੰਦਾ ਹੀ ਨਹੀਂ, ਜਿਹੜਾ ਤੁਹਾਡਾ ਕਨੈਕਸ਼ਨ ਉਹ ਬਣਿਆ ਨਹੀਂ ਰਹਿੰਦਾ, ਬ੍ਰੇਕ ਹੁੰਦਾ। ਇਸ ਕਰਕੇ ਕਿਸੇ ਨੂੰ ਕਹਿੰਦੇ ਕਨੈਕਸ਼ਨ ਲੈਸ। HTTP ਤੁਹਾਡੀ ਮੀਡੀਆ ਇੰਡੀਪੈਂਡੈਂਟ ਹੈ, ਮਤਲਬ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੀਡੀਆ ਕਿਹੜਾ, ਕਿਸ ਟਾਈਪ ਦਾ ਡਾਟਾ ਸੈਂਡ ਕਰ ਰਹੇ ਹੋ, ਤੁਸੀਂ ਆਡੀਓ, ਵੀਡੀਓ, ਪਿਕਚਰ ਕੀ ਸੈਂਡ ਕਰ ਰਹੇ ਹੋ। ਤੁਹਾਡਾ ਕਲਾਇੰਟ ਤੇ ਸਰਵਰ ਦੋਨੋਂ ਹੀ ਉਸ ਨੂੰ ਹੈਂਡਲ ਕਰਨ ਦੇ ਯੋਗ ਹੁੰਦੇ ਨੇ। HTTP ਤੁਹਾਡੀ ਸਟੇਟਲੈਸ ਹੈ, ਮਤਲਬ ਇਸ ਦੇ ਵਿੱਚ ਤੁਹਾਡੀ ਸਟੇਟ ਮੇਨਟੇਨ ਨਹੀਂ ਕੀਤੀ ਜਾਂਦੀ ਕਿ ਕਲਾਇੰਟ ਨੇ ਇਨ ਕੇਸ ਰਿਕੁਐਸਟ ਕੀਤੀ, ਸਰਵਰ ਨੇ ਉਸ ਦਾ ਆਨਸਰ ਦੇਤਾ, ਠੀਕ ਹੈ, ਕਨੈਕਸ਼ਨ ਬ੍ਰੇਕ। ਉਸ ਤੋਂ ਬਾਅਦ ਫਿਰ ਕੋਈ ਕਲਾਇੰਟ ਰਿਕੁਐਸਟ ਕਰ ਰਿਹਾ ਤਾਂ ਇਸ ਦੇ ਵਿੱਚ ਕੋਈ ਇਹ ਨਹੀਂ ਹੁੰਦਾ ਕਿ ਇਹ ਸਰਵਰ ਨੂੰ ਪਤਾ ਹੈ ਕਿ ਇੱਧਰੋਂ ਪਹਿਲਾਂ ਆਹ ਚੀਜ਼ ਆਈ ਹੋਈ ਹੈ, ਆਹ ਰਿਕੁਐਸਟ ਆਈ ਹੈ ਜਾਂ ਮੈਂ ਇਸਨੂੰ ਇਹ ਫਾਰਵਰਡ ਕੀਤਾ, ਨਹੀਂ। ਇਸ ਦੇ ਵਿੱਚ ਸਟੇਟ ਮੇਨਟੇਨ ਨਹੀਂ ਕਰਕੇ ਰੱਖੀ ਜਾਂਦੀ। ਤਾਂ ਇਹ ਸੀ ਤੁਹਾਡੀ ਮੇਨ HTTP, ਜੋ ਕਿ www 'ਤੇ ਕੰਮ ਕਰਦੀ ਹੈ। ਅਤੇ HTTP ਵੀ ਕੁਛ ਰੂਲਸ, ਕੁਛ ਸਟੈਂਡਰਡਸ ਦਾ ਕੰਬੀਨੇਸ਼ਨ ਹੈ, ਜਿਹੜੀ ਕਿ ਤੁਹਾਡੇ ਲਿੰਕਿੰਗ ਕਰਵਾਉਣ ਦੇ ਵਿੱਚ, ਇਨਫੋਰਮੇਸ਼ਨ ਐਕਸੈਸ ਕਰਵਾਉਣ ਦੇ ਵਿੱਚ ਹੈਲਪ ਕਰਦੀ ਹੈ। ਇੱਦਾਂ ਤੁਹਾਡੀ ਨੈਕਸਟ ਪ੍ਰੋਟੋਕੋਲ ਹੈ FTP, ਫਾਈਲ ਟਰਾਂਸਫਰ ਪ੍ਰੋਟੋਕੋਲ। ਇਹ ਪ੍ਰੋਟੋਕੋਲ ਨੂੰ ਯੂਜ਼ ਕਰਦੇ ਹਾਂ ਅਸੀਂ ਜਦੋਂ ਅਸੀਂ ਫਾਈਲਸ ਨੂੰ ਡਾਊਨਲੋਡ ਜਾਂ ਫਿਰ ਅਪਲੋਡ ਕਰਨਾ। ਮੈਂ YouTube 'ਤੇ ਆਪਣੀ ਜਿਹੜੀ ਵੀਡੀਓ ਕ੍ਰੀਏਟ ਕਰਕੇ ਪਾਈ ਉਹ ਅਪਲੋਡ ਹੈ। ਆਪਾਂ ਕੁਛ ਸੌਂਗ ਵਗੈਰਾ ਕਰ ਜਾਂ ਕੁਛ ਵੀਡੀਓ ਆਪਾਂ ਡਾਊਨਲੋਡ ਕਰਦੇ ਹਾਂ, ਠੀਕ ਹੈ, YouTube ਤੋਂ। ਤਾਂ ਇਹ ਦੋਨੇ ਜਿਹੜੀਆਂ ਕੰਮ ਨੇ ਉਹ FTP, ਫਾਈਲ ਟਰਾਂਸਫਰ ਪ੍ਰੋਟੋਕੋਲ ਦੀ ਹੈਲਪ ਨਾਲ ਹੀ ਪੋਸੀਬਲ ਨੇ। ਕਲੀਅਰ। ਤਾਂ FTP ਦੇ ਥਰੂ ਅਸੀਂ ਫਾਈਲਸ ਵਗੈਰਾ ਨੂੰ ਟਰਾਂਸਫਰ ਕਰ ਸਕਦੇ ਹੈਗੇ। ਇਹ ਜਿਹੜੀ ਤੁਹਾਡੀ FTP ਹੈ, ਇਹ ਕਮਾਂਡ ਲਾਈਨ ਇੰਟਰਫੇਸ ਅਤੇ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੋਨਾਂ ਦੇ ਉੱਪਰ ਹੀ ਕੰਮ ਕਰ ਸਕਦੀ ਹੈ। ਕਲੀਅਰ। ਮਤਲਬ ਕਈ ਹੁੰਦੇ ਨਾ ਆਪਰੇਟਿੰਗ ਸਿਸਟਮ ਜਿਹਦੇ ਵਿੱਚ ਸਿਰਫ ਅਸੀਂ ਕਮਾਂਡਸ ਲਿਖ ਕੇ ਕੰਮ ਕਰਵਾਉਣਾ, ਜਾਂ ਫਿਰ ਅਸੀਂ ਕਲਿੱਕ ਕਰਕੇ, ਜਿੱਦਾਂ ਹੁਣ ਅਸੀਂ ਯੂਜ਼ ਕਰ ਰਹੇ ਹਾਂ, ਅਸੀਂ ਕੰਪਿਊਟਰ 'ਤੇ ਕੰਮ ਕਰ ਰਹੇ ਹਾਂ ਵਿੰਡੋ 'ਤੇ, ਤਾਂ ਵਿੰਡੋ ਤੁਹਾਡੀ GUI ਹੈ, ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ। ਤਾਂ FTP ਤੁਹਾਡੇ ਦੋਨਾਂ ਨਾਲ ਹੀ ਕੰਮ ਕਰਨ ਦੇ ਕੈਪੇਬਲ ਹੈ। FTP ਇੱਕ ਇੰਟਰਨੈਟ ਸਟੈਂਡਰਡ ਹੈ, ਜਿਹਨੂੰ ਕਿ ਮੈਜੋਰਟੀ ਦੇ ਵਿੱਚ ਜਿਹੜੇ ਕਾਫੀ ਸਾਰੇ ਜਿਹੜੇ ਤੁਹਾਡੇ ਪੀਸੀਜ਼ ਵਗੈਰਾ ਨੇ ਉਹ ਉਸ ਨੂੰ ਯੂਜ਼ ਕਰਦੇ ਨੇ। ਦੇਖੋ ਅਸੀਂ ਮੇਨ ਜੇ ਅਸੀਂ ਗੱਲ ਕਰੀਏ FTP ਦੇ ਕਲਾਇੰਟ, ਤਾਂ ਸਾਡਾ ਕਲਾਇੰਟ ਓਬਵੀਅਸ ਕੌਣ ਬਣੂਗਾ, ਸਾਡਾ ਜਿਵੇਂ ਇੰਟਰਨੈਟ ਐਕਸਪਲੋਰਰ, ਜਿਸ ਐਪਲੀਕੇਸ਼ਨ ਦੇ ਥਰੂ ਅਸੀਂ ਉਸ ਨੂੰ ਐਕਸੈਸ ਕਰ ਰਹੇ ਹਾਂ, ਇੰਟਰਨੈਟ ਮਤਲਬ ਫਾਈਲਸ ਨੂੰ ਅਸੀਂ ਸ਼ੇਅਰ ਕਰਾਂਗੇ ਜਾਂ ਜਿਸ ਦੇ ਵਿੱਚ ਡਾਊਨਲੋਡ ਕਰਾਂਗੇ। ਜਸਟ ਇੱਕ ਐਗਜ਼ਾਮਪਲ ਹੈ ਮਾਈਕਰੋਸੋਫਟ ਇੰਟਰਨੈਟ ਐਕਸਪਲੋਰਰ, ਤੁਹਾਡੇ ਵੈਬ ਬਰਾਊਜ਼ਰ ਦੀ ਹੀ। FTP ਬਾਕੀ ਜਿਹੜੀਆਂ ਪ੍ਰੋਟੋਕੋਲਸ ਨੇ ਉਹਨਾਂ ਦੇ ਕੰਪੈਰੇਟਿਵ ਕਾਫੀ ਫਾਸਟ ਹੈ, ਕਿਉਂਕਿ ਜਿੱਥੇ ਵੀ ਅਸੀਂ ਲਾਰਜ ਅਮਾਊਂਟ ਦੇ ਵਿੱਚ ਡਾਟਾ ਸੈਂਡ ਕਰਨਾ, ਹੁਣ ਜਿਵੇਂ ਅਸੀਂ ਵੀਡੀਓਜ਼ ਦੀ ਗੱਲ ਹੀ ਕਰ ਰਹੇ ਹਾਂ YouTube 'ਤੇ, ਤਾਂ ਉੱਥੇ ਲਾਰਜ ਅਮਾਊਂਟ ਦੇ ਵਿੱਚ ਡਾਟਾ ਜਿਹੜਾ ਅਸੀਂ ਸੈਂਡ ਕਰਨਾ ਨਾ, ਤਾਂ ਉਸ ਦੇ ਲਈ ਅਸੀਂ FTP ਨੂੰ ਯੂਜ਼ ਕਰਦੇ ਹਾਂ। FTP ਦੋਨੋਂ ਡਾਇਰੈਕਸ਼ਨ 'ਚ, ਕਿਉਂਕਿ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਲਾਇੰਟ ਤੋਂ ਸਰਵਰ ਵੱਲ, ਕਿਉਂਕਿ ਜਦੋਂ ਅਸੀਂ ਵੀਡੀਓ ਅਪਲੋਡ ਕਰ ਰਹੇ ਹਾਂ ਤਾਂ ਇੱਧਰੋਂ ਡਾਟਾ ਜਾ ਰਿਹਾ ਨਾ, ਅਤੇ ਜਦੋਂ ਅਸੀਂ ਡਾਊਨਲੋਡ ਕਰ ਰਹੇ ਹਾਂ ਤਾਂ ਸਰਵਰ ਤੋਂ ਸਾਡੇ ਤੱਕ ਆ ਰਿਹਾ। ਤਾਂ ਦੋਨੋਂ ਹੀ ਡਾਇਰੈਕਸ਼ਨਸ ਦੇ ਵਿੱਚ ਕੰਮ ਕਰਨ ਦੇ ਯੋਗ ਤੁਹਾਡੀ ਹੈਗੀ ਹੈ FTP। FTP ਦਾ ਜਿਹੜਾ ਕੰਮ ਕਰਨ ਲਈ, ਅਪਲੋਡ ਜਾਂ ਡਾਊਨਲੋਡ ਕਰਨ ਦੇ ਲਈ ਤੁਸੀਂ ਕਿਹੜੀਆਂ 4 ਚੀਜ਼ਾਂ ਮੇਨ ਕਰਦੇ ਹੋਗੇ। ਫਸਟ ਤੁਸੀਂ ਲੌਗਇਨ ਕਰੋ ਰਿਮੋਟ ਕੰਪਿਊਟਰ ਨੂੰ, ਠੀਕ ਹੈ, ਜਿੱਥੋਂ ਤੁਸੀਂ ਫਾਈਲ ਡਾਊਨਲੋਡ ਕਰਨੀ ਹੈ ਜਾਂ ਜਿੱਥੇ ਅਪਲੋਡ ਕਰਨੇ ਤੁਸੀਂ ਲੌਗਇਨ ਕਰੋ। ਤੁਹਾਡੀ ਕਨਫੀਗਰੇਸ਼ਨਸ ਤੋਂ ਬਾਅਦ ਜਿਹੜਾ ਤੁਸੀਂ ਆਪਣਾ ਯੂਜ਼ਰ ਨੇਮ, ਪਾਸਵਰਡ ਜਿਹੜਾ ਹੈ ਉਹ ਸੈਂਡ ਕਰੋਗੇ। ਦੈਨ ਤੁਸੀਂ ਜੋ ਵੀ ਆਪਣਾ ਜਿਹੜੀ ਡਾਇਰੈਕਟਰੀ ਦੇ ਵਿੱਚ ਤੁਸੀਂ ਉਹ ਕੰਮ ਕਰਨਾ, ਡਾਊਨਲੋਡ, ਅਪਲੋਡ, ਉਹ ਡਾਇਰੈਕਟਰੀ, ਉਹ ਫੋਲਡਰ ਓਪਨ ਕਰੋ ਰਿਮੋਟ ਸਿਸਟਮ ਦੇ ਉੱਪਰ, ਅਤੇ ਫਿਰ ਤੁਸੀਂ ਫਾਈਲਸ ਨੂੰ ਟਰਾਂਸਫਰ ਕਰਨਾ ਸ਼ੁਰੂ ਕਰ ਸਕਦੇ ਹੋ। FTP ਦੇ ਕੁਝ ਫੀਚਰਸ ਨੇ। ਫੀਚਰਸ ਕਿਹੜੇ ਨੇ? FTP ਤੁਹਾਡੀ ਬੜੀ ਹੀ ਫਾਸਟ ਅਤੇ ਰਿਲਾਈਏਬਲ, ਮਤਲਬ ਤੁਹਾਡੀ ਫਾਸਟ ਪ੍ਰੋਟੋਕੋਲ ਹੈ, ਰਿਲਾਈਏਬਲ ਹੈ। FTP ਨੂੰ ਯੂਜ਼ ਕਰਦੇ ਹਾਂ ਡਾਊਨਲੋਡ ਦੇ ਲਈ ਜਾਂ ਅਪਲੋਡ ਦੇ ਲਈ। ਅਸੀਂ FTP ਖੁਦ ਵੀ TCP ਪ੍ਰੋਟੋਕੋਲਸ ਨੂੰ ਯੂਜ਼ ਕਰਕੇ ਹੀ ਡਾਟਾ ਟਰਾਂਸਫਰ ਕਰਵਾਉਂਦੀ ਹੈ। FTP ਦੇ ਮਤਲਬ ਦੇ ਕੇਸ ਦੇ ਵਿੱਚ ਵੀ ਅਸੀਂ ਲੌਗਇਨ ਕਰ ਦਿਆਂਗੇ ਹੋਰ ਕਿਸੇ
ਸਾਈਟ 'ਤੇ ਜਿੱਥੋਂ ਅਸੀਂ ਫਾਈਲਸ ਲੈਣੀਆਂ ਜਾਂ ਜਿੱਥੇ ਅਸੀਂ ਫਾਈਲ ਸੈਂਡ ਕਰਨੀਆਂ ਨੇ। FTP ਜਿਹੜੀ ਤੁਹਾਡੀ ਹੈਗੀ ਇੱਕ ਵੈਬ, ਇੱਕ ਇੱਦਾਂ ਦੀ ਹੀ ਸਰਵਿਸ ਹੈ ਜੋ ਕਿ ਜਿਵੇਂ ਅਸੀਂ ਈਮੇਲ ਕਹਿ ਦਿੰਦੇ ਹਾਂ, ਵੈਬ ਕਹਿ ਦਿੰਦੇ ਹਾਂ, ਇਹਨਾਂ ਵਾਂਗੂ ਇੱਕ ਇਨਫੋਰਮੇਸ਼ਨ ਸਰਵਿਸ ਜਿਹੜੀ ਹੈਗੀ ਤੁਹਾਨੂੰ ਪ੍ਰੋਵਾਈਡ ਕਰਵਾਉਂਦੀ ਹੈਗੀ। FTP ਤੁਹਾਡੀ ਕਲਾਇੰਟ ਸਰਵਰ ਆਰਕੀਟੈਕਚਰ 'ਤੇ ਕੰਮ ਕਰਦੀ ਹੈ। ਬਹੁਤ ਵਾਰ ਅਸੀਂ ਦੇਖ ਲਿਆ FTP ਫਾਸਟ ਹੈ ਬਾਕੀਆਂ ਦੇ ਕੰਪੈਰੇਟਿਵ। ਓਕੇ, ਤਾਂ ਇਸ ਤੋਂ ਨੈਕਸਟ ਅਸੀਂ ਸ਼ੁਰੂ ਕਰਾਂਗੇ PPP।